कुछ भी किया उस बड़े बड़े पंजाब के एक भ्रष्टाचार के स्कैंडल के बारे वो पेपर के आधार से तथ्य के आधार से डॉकूमेंट्स के आधार से किया ਤੇ ਉਹਦੇ ਜਵਾਬ ਦੇ ਵਿੱਚ ਉਹਨਾਂ ਚੀਜ਼ਾਂ ਦੀ ਐਕਸਪਲੇਨੇਸ਼ਨ ਆਣੀ ਚਾਹੀਦੀ ਸੀ ਜਿਹੜੀਆਂ ਚੀਜ਼ਾਂ ਇੱਕ ਬਹੁਤ ਵੱਡੇ ਫਰਾਡ ਵੱਲ ਨੂੰ ਇੰਡੀਕੇਟ ਵੀ ਕਰਦੀਆਂ ਪ੍ਰੂਫ ਵੀ ਕਰਦੀਆਂ ਡਾਕੂਮੈਂਟਸ ਸਾਡੇ ਕੋਲ ਹੈਗੇ ਐ ਸਾਰੀਆਂ ਚੀਜ਼ਾਂ ਦੋ ਵਾਰੀ ਹਾਰਿਆ ਬੰਦਾ ਹਾਂਜੀ ਫਰਸਟ੍ਰੇਸ਼ਨ ਤਾਂ ਇਹਨਾਂ ਦੀ ਆ ਜਿਹੜੇ ਸਵਾਲ ਤੋਂ ਪਹਿਲਾਂ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਲੋਕਾਂ ਨੂੰ मैं 3 ਵਾਰੀ ਜਿੱਤਿਆ ਹਾਲੇ 2 ਵਾਰੀ ਜਿੱਤੇ ਇਹ ਪਾਰਟੀ ਤੋਂ ਬਾਗੀ ਹੋ ਕੇ ਵੀ ਲੜਿਆ ਸੀ ਪਾਰਟੀ ਤੋਂ ਬਾਗੀ ਹੋ ਕੇ ਨਹੀਂ ਲੜੇ ਸਾਡਾ ਇੱਕ ਸਟੈਂਡ ਹੈ ਇੰਡਸਟਰੀ ਡਿਪਾਰਟਮੈਂਟ ਦੇ ਇਨਫੋਟੈਕ ਕਾਰਪੋਰੇਸ਼ਨ ਦੇ ਵਿੱਚ ਘੁਟਾਲਾ ਹੋਇਆ ਐਡਾ ਵੱਡਾ 350 ਕਰੋੜ ਦੇ ਕਰੀਬ ਇਹ ਘੁਟਾਲਾ ਹੈਗਾ ਮੋٹے ਤੌਰ ਤੇ ਮੰਤਰੀ ਜੀ ਅਸਤੀਫਾ ਦੇਣ और जांच कैग तो होवे इन्हां दे पूरे डिपार्टमेंट दी तां तुसीं देखो किदां ये सारा कुछ परतां खुलदियां और किस तरह जिहड़ा फ्रॉड आ वो सामने आंदा जी धन्यवाद है जी तुसीं छोटे ਜਿਹੇ स्नेह ते पहुंचे हो ते परसों मैं प्रेस कीती सीगी चंडीगढ़ दे विच ते साडे मंत्री साहब नूं बहुत जल्दी सी लगदा पई सवाल तो पहले ही जवाब दे दईए तो उन्होंने भी कई सवाल रेज कर दिते लाई डिटेक्टर टेस्ट का ये वो तो मैं उचित समझा कि हुशियारपुर की प्रैस नाल भी कुछ विचार आप साझे कर लीए ताकि मंत्री साहब भी इत्थे दे आ और मैं भी इत्थे दा है ते वो गल्लां नाल भी असीं निवट लईए थोड़ा जिहा सो पता नहीं ਜਿਹੜੇ ਸਿਆਣੇ ਲੋਕ ਹੁੰਦੇ ਆ ਉਹ ਕੁਝ ਚੀਜ਼ਾਂ ਫੋਰਸ ਹੀ ਕਰ ਲੈਂਦੇ ਆ ਤੇ ਆਪਣੇ ਇੱਕ ਬਹੁਤ ਮਸ਼ਹੂਰ ਸ਼ਾਇਰ ਹੋਏ ਆ ਜਨਾਬ ਸ਼ਹਾਬ ਜ਼ਾਫਰੀ ਉਹਨਾਂ ਦਾ ਇੱਕ ਸ਼ੇਅਰ ਜਿਹੜਾ ਬਹੁਤ ਵਰਤਿਆ ਜਾਂਦਾ ਤੂੰ इधर उधर की ना बात कर ये बता कि काफिला क्यों लुटा मुझे रहजनों से गर्ज नहीं तेरी रहबरी का सवाल है सो उन्होंने बहुत पहले ही लिखता सी इस तरह के लोगों वास्ते मुझे रहजनों से गिला नहीं तेरी रहबरी का सवाल है सो अज सिचुएशन उही चलती पई है सवाल गंदम जवाब चना असी जो कुछ भी किया उस बड़े बड़े पंजाब के एक भ्रष्टाचार के स्कैंडल के बारे वो पेपर के आधार से तथ्य के आधार से डॉकूमेंट्स के आधार से किया तो वो जवाब दे विच उन्हां चीज़ां की एक्सप्लेनेशन आनी चाहिए सी जिहड़ियां चीज़ां एक बहुत ਵੱਡੇ फ्रॉड ਵੱਲ ਨੂੰ इंडीकेट भी करदियां प्रूफ भी करदियां डॉकूमेंट्स ਸਾਡੇ ਕੋਲ ਹੈਗੇ ਆ ਸਾਰੀਆਂ ਚੀਜ਼ਾਂ ਉਹਦੀ ਬਜਾਏ ਇਹ ਕਹਿ ਦੇਣਾ ਕਿ 2 ਵਾਰੀ ਹਾਰਿਆ ਬੰਦਾ ਹਾਂਜੀ ਫਰਸਟ੍ਰੇਸ਼ਨ ਤਾਂ ਇਹਨਾਂ ਦੀ ਆ ਜਿਹੜੇ ਸਵਾਲ ਤੋਂ ਪਹਿਲਾਂ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਲੋਕਾਂ ਨੂੰ ਸੋਚਣ ਦਾ ਮੌਕਾ ਤਾਂ ਦਿਓ ਵੀ ਸਵਾਲ ਕੀ ਆ ਤੇ ਤੁਸੀਂ ਜਵਾਬ ਕੀ ਦੇ ਰਹੇ ਹੋ ਮੈਂ 3 ਵਾਰੀ ਜਿੱਤਿਆ ਹਾਲੇ 2 ਵਾਰੀ ਜਿੱਤੇ ਇਹ ਪਾਰਟੀ ਤੋਂ ਬਾਗੀ ਹੋ ਕੇ ਵੀ ਲੜਿਆ ਸੀ ਪਾਰਟੀ ਤੋਂ ਬਾਗੀ ਹੋ ਕੇ ਨਹੀਂ ਲੜੇ ਸਾਡਾ ਇੱਕ ਸਟੈਂਡ ਆ ਇਹ ਜਿਹੜਾ ਹੁਣ ਸੀਰੀਜ਼ ਦਾ ਫੈਸਲਾ ਹੋਣਾ ਆਉਣੇ ਵਾਲੇ ਸਮੇਂ ਤੇ ਇਹ ਤੀਜੀ ਵਾਰੀ ਜਿੱਤਦੇ ਆ ਕਿ ਨਹੀਂ ਇਹ ਜਨਤਾ ਨੇ ਫੈਸਲਾ ਕਰਨਾ ਤੇ ਹਾਰ ਦਾ ਰਿਕਾਰਡ ਵੀ ਬਰਾਬਰ ਕਰਦੇ ਆ ਜਾਂ ਜਿੱਤ ਦਾ ਰਿਕਾਰਡ ਬਰਾਬਰ ਕਰਦੇ ਆ ਸੋ ਮਤਲਬ ਇਹ ਆ ਕਿ ਇਹਨਾਂ ਚੀਜ਼ਾਂ ਦਾ ਮਤਲਬ ਕੀ ਹੈ ਇਸ ਸਾਰੇ ਫਰਾਡ ਦੇ ਨਾਲ ਜਿਹੜਾ ਇੰਡਸਟਰੀ ਡਿਪਾਰਟਮੈਂਟ ਦੇ ਇਨਫੋਟੈਕ ਕਾਰਪੋਰੇਸ਼ਨ ਦੇ ਵਿੱਚ ਘੁਟਾਲਾ ਹੋਇਆ ਐਡਾ ਵੱਡਾ 350 ਕਰੋੜ ਦੇ ਕਰੀਬ ਇਹ ਘੁਟਾਲਾ ਹੈਗਾ ਮੋٹے ਤੌਰ ਤੇ ਔਰ ਜੇ ਇੰਡਸਟਰੀ ਡਿਪਾਰਟਮੈਂਟ ਨਾਲ ਜਿੰਨੀਆਂ ਕਾਰਪੋਰੇਸ਼ਨਾਂ ਜੁੜੀਆਂ
मैं ज़्यादा डिटेल च नहीं जाना क्योंकि मैं बहुत डिटेल ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਾਰੀ ਪ੍ਰੈਸ ਕਾਨਫਰੰਸ ਕੀਤੀ ਆ। ਇਹ ਸਾਰੇ ਮਾਮਲੇ ਕੈਗ ਨੂੰ ਦੇ ਦਿੱਤੇ ਜਾਣ, ਸੈਂਟਰਲ ਆਡੀਟਰ ਕੰਪਟਰੋਲਰ ਜਨਰਲ ਨੂੰ, ਤਾਂ ਮੈਂ ਸਮਝਦਾ ਕਿ ਇੱਕ ਇਹੀ ਉਹ ਡਿਪਾਰਟਮੈਂਟ ਹੋਏਗਾ ਜਿਹੜਾ ਪੰਜਾਬ 'ਚ ਸਭ ਤੋਂ ਜ਼ਿਆਦਾ ਕਰਪਟ ਡਿਪਾਰਟਮੈਂਟ ਸਾਬਤ ਹੋਏਗਾ। ਕਾਰਨ ਕੀ ਆ, ਜਦੋਂ ਰਿਜ਼ਰਵ ਪ੍ਰਾਈਸ ਫਿਕਸ ਕਰਨੀ ਉਦੋਂ ਵੀ ਕੋਈ ਪਾਲਿਸੀ ਨੇ ਮੰਨੀ ਤੇ ਆਪ ਰੇਟ ਫਿਕਸ ਕਰ ਲੈਣੇ। ਜਦੋਂ ਵੇਚਣ ਲੱਗਣਾ ਪ੍ਰਾਪਰਟੀਆਂ ਇੰਡਸਟਰੀ ਡਿਪਾਰਟਮੈਂਟ ਨਾਲ ਸੰਬੰਧਿਤ ਜਿਹੜੇ ਸਿੱਖ ਯੂਨਿਟ ਆ, ਉਦੋਂ ਵੀ ਅੰਧੇਰ ਨਗਰੀ ਚੌਪਟ ਰਾਜਾ ਟਕੇ ਸਿਰ ਭਾਜੀ ਟਕੇ ਸਿਰ ਖਾਜਾ। ਕੋਈ ਪਲਾਟ ਅੱਜ ਤੋਂ 15 ਸਾਲ ਪਹਿਲਾਂ ਉਹਦੀ ਰਿਜ਼ਰਵ ਕੀਮਤ ਹੁੰਦੀ ਆ 62,000 ਰੁਪਏ ਗਜ, ਤੇ 15 ਸਾਲ ਤੋਂ ਬਾਅਦ ਉਹ ਤੋਂ ਜ਼ਿਆਦਾ ਪ੍ਰਾਈਮ ਸਿਚੁਏਸ਼ਨ ਵਾਲੇ ਦੀ ਹੋ ਜਾਂਦੀ ਆ, ਸਾਡੇ ਕੋਲ ਪ੍ਰੂਫ ਹੈਗੇ ਸਾਰੇ, 25,000 ਰੁਪਏ ਗਜ, ਤੇ ਉਹ ਬੋਲੀ 32,000 ਤੱਕ ਆਪਣੇ ਬੰਦਿਆਂ ਨੂੰ ਦੇ ਕੇ ਹੋ ਜਾਂਦੀ ਆ। ਇਹ ਚੀਜ਼ਾਂ ਹੌਲੀ ਹੌਲੀ ਸਾਰੀਆਂ ਪਰਤਾਂ ਖੁੱਲਣਗੀਆਂ। ਹਾਲੇ ਉਹਨਾਂ ਕੋਲ ਪਾਵਰ ਆ, ਰਿਕਾਰਡ ਉਹਨਾਂ ਦੇ ਹੱਥ ਵਿੱਚ ਆ। ਮੰਤਰੀ ਜੀ ਅਸਤੀਫਾ ਦੇਣ ਔਰ ਜਾਂਚ ਕੈਗ ਤੋਂ ਹੋਵੇ ਇਹਨਾਂ ਦੇ ਪੂਰੇ ਡਿਪਾਰਟਮੈਂਟ ਦੀ, ਤਾਂ ਤੁਸੀਂ ਦੇਖੋ ਕਿੱਦਾਂ ਇਹ ਸਾਰਾ ਕੁਝ ਪਰਤਾਂ ਖੁੱਲਦੀਆਂ ਔਰ ਕਿਸ ਤਰ੍ਹਾਂ ਜਿਹੜਾ ਫਰਾਡ ਆ ਉਹ ਸਾਹਮਣੇ ਆਉਂਦਾ। ਕਿਸੇ ਨੂੰ ਪਰਸਨਲੀ ਰੈਡੀਕੂਲ ਕਰਕੇ ਕਹਿਣਾ ਜੀ ਇਹ 2 ਵਾਰੀ ਹਾਰ ਗਿਆ, 2 ਵਾਰੀ ਮੈਂ ਹਾਰ ਗਿਆ। ਵੀਰ ਦਵਿੰਦਰ ਸਿੰਘ ਨੇ ਇਹ ਚੁੱਕਿਆ, ਜਿਹੜੇ ਵਿਸਲ ਬਲੋਅਰ ਵੀ ਆ, MLA ਵੀ ਰਹੇ, ਡਿਪਟੀ ਸਪੀਕਰ ਵੀ ਰਹੇ ਆ ਪੰਜਾਬ ਦੇ, ਤੇ ਉਹਨਾਂ ਨੂੰ ਵੀ ਕਹਿ ਦਿਓ ਤੁਸੀਂ 2 ਵਾਰੀ ਹਾਰ ਗਏ ਆ। ਕੱਲ ਹਰਪਾਲ ਸਿੰਘ ਚੀਮਾ ਜਿਹੜੇ ਓਪੋਜੀਸ਼ਨ ਲੀਡਰ ਆ, ਉਹਨਾਂ ਨੇ ਵੀ ਇਹ ਮਾਮਲਾ ਚੁੱਕਿਆ, ਉਹਨਾਂ ਬਾਰੇ ਕੀ ਕਹਿਣਾ ਹੈ? ਫਿਰ ਕਹਿੰਦੇ ਜੀ ਇਹਨਾਂ ਦਾ ਵੀ ਲਾਈ ਡਿਟੈਕਟਰ ਟੈਸਟ ਕਰਾ ਲਓ, ਮੇਰਾ ਵੀ ਕਰਾ ਲਓ। ਮੰਤਰੀ ਜੀ ਨੂੰ ਇਹ ਨਹੀਂ ਪਤਾ ਵੀ ਜਨਤਾ ਇੰਨੀ ਭੋਲੀ ਨਹੀਂ ਆ। ਕਿਸੇ ਇਨਵੈਸਟੀਗੇਟਿੰਗ ਏਜੰਸੀ ਕੋਲ ਜਦੋਂ ਕੇਸ ਜਾਂਦਾ ਉਦੋਂ ਲਾਈ ਡਿਟੈਕਟਰ ਟੈਸਟ ਹੁੰਦੇ ਆ। ਅਖਬਾਰ 'ਚ ਬਿਆਨ ਦੇ ਨਾ, ਕੋਈ ਲਾਈ ਡਿਟੈਕਟਰ ਟੈਸਟ ਨਹੀਂ ਕਰਾਉਣਾ। ਤੁਸੀਂ ਅਮਰਿੰਦਰ ਸਿੰਘ ਜੀ ਕੋਲ ਜਾਓ, ਆਪਣਾ ਅਸਤੀਫਾ ਉਹਨਾਂ ਨੂੰ ਸੌਂਪੋ ਕਿ ਮੈਂ ਪਾਕ ਸਾਫ਼ ਹਾਂ, ਤੇ ਤੁਸੀਂ ਕਰਾਓ ਜਿੱਥੋਂ ਮਰਜ਼ੀ। ਔਰ ਜਿਸਲੇ CID ਕੋਲ ਆਪਣੇ CBI ਕੋਲ ਜਾਊਗਾ, ਆਪਾਂ ਤਾਂ ਨਾਰਕੋਟਿਕ ਟੈਕਸ ਲਈ ਵੀ ਕਵਾਂਗੇ, ਲਾਈ ਡਿਟੈਕਟਰ ਤਾਂ ਬਹੁਤ ਛੋਟਾ ਆ, ਉਹ ਵੀ ਹੋਣਾ ਚਾਹੀਦਾ ਇਹਨਾਂ ਦਾ। ਹਾਂਜੀ ਦੇਖੋ, ਤੁਸੀਂ ਆਪਾਂ ਫੈਕਟਸ ਦੀ ਗੱਲ ਕਰਦੇ ਹਾਂ। ਇਹ ਜਿਹੜੀ JCT ਇਲੈਕਟ੍ਰੋਨਿਕਸ ਦੀ ਆਕਸ਼ਨ ਹੋਈ ਆ, ਇਹ ਮੈਨੂੰ ਦੱਸੋ, ਇਹਦੇ 'ਚ ਐਡਵਰਟੀਜ਼ਮੈਂਟ ਹੋਈ ਆ, ਤੁਹਾਨੂੰ ਬਰੀਫਲੀ ਦੱਸ ਦੇਵਾਂ, ਆਪਾਂ ਨੂੰ ਕਈਆਂ ਨੂੰ ਫੈਕਟਸ ਨਹੀਂ ਪਤਾ। ਇਹ 84 ਦੇ ਵਿੱਚ ਯੂਨਿਟ ਇਨਫੋਟੈਕ ਨੇ ਦਿੱਤਾ ਸੀਗਾ, ਅਲਾਟ ਕੀਤਾ ਸੀ ਇੰਡਸਟਰੀਅਲ ਐਕਟੀਵਿਟੀਜ਼ ਲਈ, ਉਹਨਾਂ ਦਾ 50% ਸਟੇਕ ਸੀਗਾ ਵਿੱਚ। 2002 'ਚ ਸਿੱਖ ਯੂਨਿਟ ਹੋ ਗਿਆ। ਉਹਦੇ ਬਾਅਦ ਪ੍ਰੋਸੀਡਿੰਗ ਚੱਲ ਜਾਂਦੀ, ਜਿਹੜੀ ਕੰਪਨੀ ਸਿੱਖ ਹੋ ਜਾਵੇ ਉਹਨੂੰ ਹਾਈ ਕੋਰਟ ਦੇ ਲਿਕੁਇਡੇਟਰ ਲਾਉਣਾ ਹੁੰਦਾ, ਉੱਥੇ ਕੁਝ ਟਾਈਮ ਲੱਗ ਗਿਆ, ਹਾਈ ਕੋਰਟ 'ਚ ਲੱਗ ਜਾਂਦਾ। ਲਿਕੁਇਡੇਟਰ ਨੇ ਅੱਗੇ ਇੱਕ ਪ੍ਰੋਫੈਸ਼ਨਲ ਕੰਪਨੀ ਨੂੰ ਦਿੱਤਾ, ਆਰਸੈਲ ਨੂੰ, ਤੇ ਤੁਸੀਂ ਇਹਨੂੰ ਵੇਚ ਦਿਓ। ਇਨਫੋਟੈਕ ਦਾ ਯੂਨਿਟ ਸੀ, PSIC ਨੇ ਸਾਰਾ ਉਹ ਦੇਖ ਰੇਖ 'ਚ ਹੋਣਾ ਸੀ। ਔਰ ਇਹਦੀ ਐਡਵਰਟੀਜ਼ਮੈਂਟ ਬੋਲੀਆਂ ਮੰਗਣ ਲਈ 4/1/2020 ਨੂੰ ਹੋਈ। ਇਹ ਕਿਹਾ ਗਿਆ ਉਸ ਦੇ ਵਿੱਚ ਐਡ ਦੇ ਵਿੱਚ ਕਿ 90 ਕਰੋੜ ਦੀ ਜਿਹੜੀ ਹੈਗੀ ਆ ਇਹਦੀ ਕੀਮਤ ਆ, ਤੇ 126 ਕਰੋੜ ਦੇ ਅਰਨਡ ਪ੍ਰੋਫਿਟ ਆ। ਇਹਨਾਂ ਦੋਨਾਂ ਨੂੰ ਮਿਲਾ ਕੇ ਇਹਦੀ ਕੀਮਤ ਬਣਦੀ ਆ। ਇਹ ਮਿਨੀਮਮ ਕੀਮਤ ਆ ਜਿਹੜੀ ਲੱਗੀ ਹੋਈ ਸੀ ਉਦੋਂ, ਮਤਲਬ ਜਿਹੜੀ ਕੀਮਤ ਤੇ ਸਟੈਂਡ ਕਰਦਾ ਸੀ ਓਰੀਜਨਲੀ, ਤੇ ਬੋਲੀ ਦੇਣੀ ਸੀ 21/1/20 ਤੱਕ। ਹੁਣ 21/1/20 ਤੱਕ ਆਪਣੀ ਕੰਪਨੀ ਨੇ ਬਣੀ, ਆਪਣੇ ਚਹੇਤਿਆਂ ਦੀ ਕੰਪਨੀ ਨੇ ਬਣੀ, ਤਾਂ ਕੀ ਹੋਇਆ ਕੋਰੀਐਂਡਮ ਲਾ ਕੇ, ਇੱਕ ਸੰਸ਼ੋਧਨ ਲਾ ਕੇ ਉਸ ਐਡਵਰਟੀਜ਼ਮੈਂਟ ਦੇ ਵਿੱਚ ਉਹਦੀ ਤਰੀਕ ਕਿੰਨੀ ਕਰ ਦਿੱਤੀ, 17/2/20। 21/1/2020 ਤੋਂ 17/2/2020 ਦੇ ਵਿੱਚ ਇੱਕ ਨਵੀਂ ਫਰਮ ਫਲੋਟ ਕਰ ਲਈ। ਉਹ ਫਰਮ ਕੀ ਆ? GRG ਫਰਮ ਆ। ਹੁਣ ਇਹ ਜੇ ਕੇਸ CBI ਕੋਲ ਜਾਂਦਾ ਤਾਂ 2 ਮਿੰਟਾਂ 'ਚ ਪਤਾ ਲੱਗ ਜੂ ਇਹ GRG ਕੀ ਆ, GRG ਨਾਲ ਸੰਬੰਧ ਕੀ ਇਹਨਾਂ ਦੇ, ਕਿੰਨੀ ਸਾਂਝ ਆ। ED ਕੋਲ ਜਾਂਦਾ ਤਾਂ 2 ਮਿੰਟਾਂ 'ਚ ਪਤਾ ਲੱਗ ਜੂ ਕਿ GRG ਕੋਲ ਪੈਸਾ ਜਿਹੜਾ ਆਇਆ ਇਸ ਬੋਲੀ ਨੂੰ ਦੇਣ ਲਈ, ਉਹ ਪੈਸਾ ਕਿੱਥੋਂ ਆਇਆ।
ਆ ਤਾਂ ਗੱਲ, ਇਹ ਤਾਂ ਗੱਲ ਕੋਈ ਵੀ ਲੇਮੈਨ ਕੋਲ ਵੀ ਜਾਏਗੀ ਕਿ ਬੋਲੀ ਦੀ ਡੇਟ ਐਕਸਟੈਂਡ ਕਰਕੇ ਫਰਮ ਫਲੋਟ ਕਰਕੇ ਤਾਂ ਬੋਲੀ ਦੇ ਦਿੱਤੀ। ਸ਼ੱਕ ਦੇ ਘੇਰੇ 'ਚ ਨਹੀਂ ਆਉਂਗੇ? ਸ਼ੱਕ ਦੇ ਘੇਰੇ 'ਚ ਆਉਂਗੇ ਕਿ ਨਹੀਂ ਆਉਂਗੇ? ਕੋਈ ਫਰਮ ਪੁਰਾਣੀ ਹੋਵੇ, 4 ਫਰਮਾਂ ਆ ਜਾਣ, ਸਿੰਗਲ ਬਿਡਰ ਆ। ਤੁਹਾਨੂੰ ਯਾਦ ਹੋਣਾ ਇੱਥੇ ਸਿੱਧੂ ਸਾਹਿਬ ਜਦੋਂ ਲੋਕਲ ਗਵਰਨਮੈਂਟ ਮਿਨਿਸਟਰ ਸੀਗੇ, ਉਹਨਾਂ ਦੇ ਲੋਕਲ ਗਵਰਨਮੈਂਟ ਦੇ ਰੂਲ 'ਚ ਲਿਖਿਆ ਸੀਗਾ ਕਿ ਸਿੰਗਲ ਬਿਡ ਐਕਸੈਪਟ ਹੋਊਗੀ ਕਿਉਂਕਿ ਆਨਲਾਈਨ ਆ। ਤਾਂ ਉਹਨਾਂ ਨੇ ਇੱਕ ਬਿਡ ਵੀ ਐਕਸੈਪਟ ਨਹੀਂ ਹੋਣ ਦਿੱਤੀ ਤੇ ਸਿੰਗਲ ਬਿਡ ਆ। ਕੰਮ ਰੁਕ ਗਿਆ ਸਾਰੇ ਮਿਨਿਸਟਰ। ਕੰਮ ਕਿੰਨੇ ਦੇ ਸੀਗੇ? 2-2 4-4 ਲੱਖ ਰੁਪਏ ਦੇ। ਇਹ ਕਿੰਨੇ ਦਾ ਬਿਡ ਹੋਣਾ ਆ? 126 ਕਰੋੜ 93 ਲੱਖ ਤੇ ਪਲੱਸ 90 ਕਰੋੜ 25 ਲੱਖ ਦਾ ਸਿੰਗਲ ਬਿਡ ਐਕਸੈਪਟ ਹੋਈ ਆ। ਇਹ ਘਪਲੇ ਦੀ ਬੂ ਨਹੀਂ ਦਿੰਦੀ? ਤੁਸੀਂ ਡੇਟ ਵਧਾਉਂਦੇ ਹੋ, ਫਰਮ ਫਲੋਟ ਕਰਦੇ ਹੋ, ਫਿਰ ਸਿੰਗਲ ਬਿਡ ਆ ਉਹ ਕੰਪਨੀ ਦੀ ਜਿਹੜੀ ਡੇਟ ਵਧੀ ਆ ਇਹਦੀ ਦੇਣੀ ਚਾਹੀਦੀ ਆ ਕਿ ਇਹ ਕਹਿਣਾ ਚਾਹੀਦਾ ਜੀ ਇਹ ਬੰਦਾ ਹਰਿਆ ਆ ਜਾਂ ਲਾਈ ਡਿਟੈਕਟਰ ਟੈਸਟ ਕਰਾ ਲਓ? ਇਹ 'ਚ ਲਾਈ ਡਿਟੈਕਟਰ ਦਾ ਕੀ ਆ? ਪੇਪਰ ਬੋਲਦੇ, ਡਾਕੂਮੈਂਟ ਬੋਲਦੇ ਆ, ਰਿਕਾਰਡ ਬੋਲਦਾ ਹੈ। 2020 ਨੂੰ ਬਹੁਤ ਇੰਪੋਰਟੈਂਟ ਡੇਟ ਆ। ਇਹ ਕਰਫਿਊ ਕਦੋਂ ਤੋਂ ਲੱਗਿਆ ਜੀ ਆਪਣੇ ਲੋਕਡਾਊਨ ਦੇ? 23 ਨੂੰ। ਇੱਕ ਪਰਿੰਦਾ ਪਰ ਨਹੀਂ ਮਾਰਦਾ ਸੀਗਾ ਉਦੋਂ। ਲੋਕਾਂ ਨੂੰ ਇਹ ਸੀਗਾ ਭਈ ਲੋਕਾਂ ਦੇ ਖਾਣ ਪੀਣ ਦਾ ਕਿੱਦਾਂ ਇੰਤਜ਼ਾਮ ਹੋਊ, ਐਕਸੈਪਟ ਕਰੋਨਾ ਮੈਨੇਜਮੈਂਟ। ਕੋਈ ਦਫ਼ਤਰ ਨਾ ਖੁੱਲ੍ਹਦਾ ਸੀ ਨਾ ਲੱਗਦਾ ਸੀ। ਇਹ ਕਰੋਨਾ ਮੈਨੇਜਮੈਂਟ ਹੋਈ ਹੈ? ਇਹ ਕਿਹੜੀ ਮੈਨੇਜਮੈਂਟ ਹੈ? ਇੱਕ ਵਾਰੀ ਸਮਝਾਓ ਮੈਨੂੰ। 26/3 ਨੂੰ ਦਫ਼ਤਰ ਕੋਈ ਖੁੱਲਿਆ ਪੰਜਾਬ ਸਰਕਾਰ ਦਾ? ਕੋਈ ਕੰਮਕਾਰ ਹੋਇਆ ਸਿਵਾਏ ਕੋਈ ਕਰੋਨਾ ਮੈਨੇਜਮੈਂਟ ਤੋਂ? ਕੀ ਕਾਹਲੀ ਸੀਗੀ, ਕੀ ਜਲਦੀ ਸੀਗੀ? ਛੇਤੀ ਛੇਤੀ ਹੋ ਜਾਵੇ, ਛੇਤੀ ਛੇਤੀ ਹੋ ਜਾਵੇ। ਫਿਰ ਕਹਿੰਦੇ ਆ ਜੀ ਮੈਂ ਸੱਚਾ ਸੁੱਚਾ ਬਹੁਤ ਹਾਂ। ਹਾਂਜੀ, ਇਹਦਾ ਜਵਾਬ ਦੇ ਦੇਣ ਪਈ 26/3 ਨੂੰ ਕਿਉਂ ਸਪੈਸ਼ਲੀ ਇਹ ਦਫ਼ਤਰ ਖੁੱਲੇ ਵੀ ਕਿ ਨਹੀਂ ਖੁੱਲੇ ਸਾਨੂੰ ਇਹ ਵੀ ਨਹੀਂ ਪਤਾ। ਪਈ 26/3 ਨੂੰ ਸਪੈਸ਼ਲੀ ਇਹ ਕੇਸ ਨੂੰ ਕਿਉਂ ਕੀਤਾ? ਜਵਾਬ ਤਾਂ ਆ ਦੇਣਾ ਬਣਦਾ ਮੰਤਰੀ ਜੀ ਨੂੰ। ਇਹਦਾ ਕਿਉਂ ਨਹੀਂ ਜਵਾਬ ਦਿੰਦੇ ਉਹ? ਬਿਡ ਦੀ ਅਪਰੂਵਲ 26/3 ਨੂੰ, ਐਗਜ਼ੀਕਿਊਟਿਵ ਅਪਰੂਵਲ 26/3 ਨੂੰ ਹੋਈ ਆ ਜਦੋਂ ਕੰਪਲੀਟ ਕਰਫਿਊ ਸੀਗਾ ਔਰ ਲਾਕਡਾਊਨ ਸੀਗਾ। ਕੋਈ ਦੁਨੀਆ ਭਰ 'ਚ ਨਹੀਂ ਕੁਛ ਕੰਮ ਹੁੰਦਾ ਪਿਆ ਸੀ। ਸਿਰਫ ਖਾਣ ਦੇ ਲਾਲੇ ਪੈ ਗਏ ਲੋਕਾਂ ਨੂੰ, ਉਹਦਾ ਮੈਨੇਜਮੈਂਟ, ਕਰੋਨਾ ਦਾ ਮੈਨੇਜਮੈਂਟ ਹੋ ਰਿਹਾ ਸੀ। ਉਧਰ ਅਪਰੂਵਲ ਹੁੰਦੀ ਪਈ ਆ। ਇਹਦਾ ਜਵਾਬ ਕੀ ਦੇਣਾ ਮੰਤਰੀ ਜੀ ਨੂੰ ਦੱਸੋ? ਉਹਦੇ ਬਾਅਦ ਆ ਜਾਓ, ਇਹ ਪਲਾਟ ਦਾ ਏਰੀਆ ਸੀਗਾ 31 ਏਕੜ। ਹਾਂਜੀ, ਔਰ ਬਿਲਟ ਏਰੀਆ ਵੀ ਸੀਗਾ ਇਹਦੇ ਵਿੱਚ 3,33,445 ਸਕੁਅਰ ਫਿਟ। ਤੇ ਇਹਦੀ ਬਿਡ ਗਈ ਆ ਜਿਹੜਾ ਰਿਜ਼ਰਵ ਪ੍ਰਾਈਸ 90,50,000, 90 ਕਰੋੜ 50 ਲੱਖ ਤੇ ਬਿਡ ਕੀਤੀ ਆ 90 ਕਰੋੜ 56 ਲੱਖ ਤੇ। ਨਵੀਂ ਫਰਮ ਫਲੋਟ ਹੋਈ ਆ, ਉਹਨੂੰ ਦੇ ਦਿੱਤੀ। ਤੇ ਪੈਸੇ ਕਿੰਨੇ ਜਮ੍ਹਾਂ ਕਰਾਏ? 45 ਕਰੋੜ। 45 ਕਰੋੜ ਜਿਹੜਾ ਉਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਆ, ਉਹਦਾ ਕੋਈ ਹਿਸਾਬ ਕਿਤਾਬ ਨਹੀਂ। ਹੁਣ ਜਿੱਲੇ ਮਾਮਲਾ ਚੁੱਕਿਆ ਗਿਆ ਤਾਂ ਉਹਦੀ ਡੈਫਰਮੈਂਟ ਲਈ ਆਫੀਸ਼ੀਅਲੀ ਪ੍ਰੋਸੀਡਿੰਗ ਸ਼ੁਰੂ ਹੋਈਆਂ ਵੀ ਉਹਨੂੰ ਡੈਫਰ ਕੀਤਾ ਜਾਵੇ। ਕਿਉਂ ਕੀਤਾ ਜਾਵੇ? ਕੀ ਲੱਗਦੇ ਆ ਜੀ ਇਹ ਬੰਦੇ ਜਿਹੜੇ ਜਿਨ੍ਹਾਂ ਦਾ ਅਮਾਊਂਟ ਤੁਸੀਂ ਡੈਫਰ ਕਰਨਾ? ਚਲੋ ਇਹ ਵੀ ਸਿਚੁਏਸ਼ਨ ਚੱਲਦੀ ਰਹਿੰਦੀ ਹੈ, ਪਰ ਆਪਾਂ ਨੇ ਉਹਨਾਂ ਨੂੰ ਅੱਗੇ ਰਾਈਟਸ ਦੇ ਦਿੱਤੇ ਵਿੱਚ ਨੇ। ਉਹਨਾਂ ਨੇ ਐਡਵਰਟੀਜ਼ਮੈਂਟ ਲਾਤੀ, ਆਪਣੀ ਵੈਬਸਾਈਟ ਬਣਾਤੀ ਔਰ ਆਪਣੀ ਉਹਨਾਂ ਨੇ ਬਰੋਸ਼ਰ ਕੱਢ ਦਿੱਤਾ। ਉਹ 'ਚ ਕੀ ਰੇਟ ਰੱਖਿਆ? ਜਿਹੜੀ 8,000 ਰੁਪਏ ਸਕੁਅਰ ਯਾਰਡ ਦੇ ਹਿਸਾਬ ਨਾਲ ਇਹ ਜਗ੍ਹਾ ਲਈ ਆ, ਅੱਜ ਲਈ ਆ, ਤਾਂ ਵਿਦਨ 1 ਮੰਥ ਔਰ 2 ਮੰਥ ਸਾਰਾ ਮੈਨੇਜ ਕਰਕੇ ਉਹਨਾਂ ਨੇ ਉਹਦਾ ਰੇਟ ਰੱਖਿਆ 30,000 ਰੁਪਏ ਸਕੁਅਰ ਗਜ। ਇਹਦੇ ਸਾਰਿਆਂ ਦੇ ਬਣਦੇ ਆ 450 ਕਰੋੜ ਦੇ ਕਰੀਬ, 465 ਕਰੋੜ। 465 ਕਰੋੜ ਦੀ ਉਹ ਵੇਚਣ ਨੂੰ ਤੁਰੇ ਪਏ ਆ। ਵੀਰ ਦਵਿੰਦਰ ਸਿੰਘ ਦੀ ਸਟੇਟਮੈਂਟ ਦੇ ਬਾਅਦ ਉਹ ਵੈਬਸਾਈਟ ਵੀ ਲਾ ਲਈ, ਬਰੋਸ਼ਰ ਵੀ ਲੁਕੋ ਲਿਆ, ਪਰ ਇੱਥੇ ਪਹੁੰਚ ਗਿਆ ਹੈ ਸਾਡੇ ਕੋਲ ਪਿਆ ਤਾਂ ਸਭ ਕੁਝ। ਕਿਉਂ ਲੁਕੋਇਆ ਜੇ ਤੁਸੀਂ ਸੱਚੇ ਹੋ? ਦੱਸੋ, ਇਹਦਾ ਜਵਾਬ ਦਿਓ ਤਾਂ। ਅਣਜਾਣ ਨਹੀਂ ਹੈ ਮੰਤਰੀ ਜੀ ਤੋਂ।
ਰੋਜ਼ ਮਿਲਦੇ ਆ। ਫਿਰ ਉਹਦੇ ਬਾਅਦ ਇਹਦੀ ਹੋਣੀ ਸੀਗੀ ਪੋਸਟ ਫੈਕਟੋ ਅਪਰੂਵਲ, ਕਿਉਂਕਿ ਜਲਦਬਾਜ਼ੀ ਦੇ ਵਿੱਚ ਅਪਰੂਵਲ ਦਿੱਤੀ ਆ। ਐਕਚੁਅਲੀ ਤਾਂ ਅਪਰੂਵਲ ਬੋਰਡ ਆਫ ਡਾਇਰੈਕਟਰ ਦਿੰਦਾ, ਪਰ ਕੁਝ ਐਸੇ ਅਰਜੈਂਟ ਮਾਮਲੇ ਹੁੰਦੇ ਜਿਨ੍ਹਾਂ ਦੇ ਇਮੀਡੀਏਟਲੀ ਫੈਸਲੇ ਕਰਨੇ ਹੁੰਦੇ, ਉਹਦੀ ਫਿਰ ਬੋਰਡ ਚੋਂ ਬਾਅਦ ਚੋਂ ਮਨਜ਼ੂਰੀ ਲੈਂਦੀ ਹੈ। ਇਹ ਅਰਜੈਂਟ ਮਾਮਲਾ ਲੱਗਦਾ ਸਾਨੂੰ, ਜਿਹਦੀ ਪਹਿਲੇ ਮਨਜ਼ੂਰੀ ਦੇ ਦਿੱਤੀ ਫੜ ਕੇ। ਚਲੋ ਲੀਗਲ ਵੇ ਆ, ਅਰਜੈਂਸੀ ਬਣਾ ਲਈ, ਹੈ ਤਾਂ ਨਹੀਂ ਸੀ। ਬੋਰਡ ਆਫ ਮੈਨੇਜਮੈਂਟ ਕੋਲ ਆ ਗਿਆ ਕੇਸ। ਉੱਥੇ ਮੈਂਬਰਸ ਨੇ ਆਬਜੈਕਸ਼ਨ ਕੀਤੀ ਵੀ 126 ਕਰੋੜ ਦਾ ਦੱਸੋ, ਉਹਦਾ ਕੀ ਕਰਨਾ? ਉਹ ਤਾਂ ਐਡਵਰਟਾਈਜ਼ਮੈਂਟ 'ਚ ਵੀ ਲਿਖਿਆ ਵੀ ਇਹ ਕਵਰ ਕਰਨਾ। 2 ਵਾਰੀ ਮੀਟਿੰਗ ਇੰਟਰਪਟ ਕੀਤੀ, ਰੁਕਵਾਈ। ਇਹ ਰਿਕਾਰਡ 'ਚ ਆ। ਇਹ ਜਿਹੜੀ ਬੋਰਡ ਆਫ ਮੈਨੇਜਮੈਂਟ ਦੀ ਮੀਟਿੰਗ ਹੈਗੀ ਆ, ਇਹ ਕਿੰਨੀ ਹੈਗੀ? 293.9 ਏਜੰਡਾ ਨੰਬਰ, ਏਜੰਡਾ ਆਈਟਮ। 2 ਵਾਰੀ ਰੋਕੀ। ਸਾਮ ਦਾਮ ਦੰਡ ਭੇਦ ਦੇ ਨਾਲ ਮੈਂਬਰਾਂ ਨੂੰ ਮੈਨੇਜ ਕਰਕੇ ਉੱਥੇ ਬੈਠ ਕੇ ਦਫ਼ਤਰ ਦੇ ਵਿੱਚ ਇਹ ਪਾਸ ਕਰਵਾਇਆ। ਉਸ ਮੀਟਿੰਗ ਦੇ ਵਿੱਚ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਹੁੰਦੇ ਆ, IRS ਆਫਿਸਰ ਆ, ਬੜੇ ਇਮਾਨਦਾਰ ਆਫਿਸਰ ਆ, ਸੁਰਿੰਦਰ ਬੜਾਇਚ ਮੈਡਮ ਆ। ਉਹਨੂੰ ਆਨਲਾਈਨ ਲਿਆ ਹੋਇਆ ਸੀ, ਉਹਦੀ ਆਨਲਾਈਨ ਡਿਸਟਰਬ ਕਰ ਦਿੱਤੀ। ਉਹ ਕਹਿੰਦੀ ਮੇਰੀ ਆਨਲਾਈਨ ਟੈਕਨੀਕਲ ਕਾਰਨ ਡਿਸਟਰਬ ਹੋ ਗਈ ਆ, ਤੇ ਮੈਂ WhatsApp ਮੈਸੇਜ ਪਾਤਾ ਕਿ ਇਹ ਜਿਹੜੀ ਹੈਗੀ ਆ ਇਹ ਸੈਂਕਸ਼ਨ ਨਾ ਦਿੱਤੀ ਜਾਵੇ ਜਦ ਤੱਕ ਤੁਸੀਂ AG ਐਡਵੋਕੇਟ ਜਨਰਲ ਦੀ ਐਡਵਾਈਸ ਨਹੀਂ ਲੈਂਦੇ, ਔਰ ਨਾਲ ਤੁਸੀਂ ਫਾਈਨਾਂਸ ਡਿਪਾਰਟਮੈਂਟ ਤੋਂ ਅਪਰੂਵਲ ਨਹੀਂ ਲੈਂਦੇ, ਕਿਉਂਕਿ ਫਾਈਨੈਂਸ਼ੀਅਲ ਇੰਪਲੀਕੇਸ਼ਨ ਹੈਗੀ ਆ। 126 ਕਰੋੜ ਦਾ ਫਿਰ ਤੁਸੀਂ ਕੋਈ ਹਿਸਾਬ ਨਹੀਂ ਕਰ ਰਹੇ। ਉਹਦੇ ਬਾਅਦ ਉਹਨਾਂ ਨੇ ਲੈਟਰ ਲਿਖੀ ਆ ਇਹੀ। ਤੇ ਹੁਣ ਜਿੱਲੇ ਮਾਮਲਾ ਉੱਠ ਗਿਆ, ਹੁਣ ਬੈਕ ਡੇਟ 'ਚ AG ਤੋਂ ਤਾਂ ਨਹੀਂ ਕੁਝ ਲੈ ਸਕਦੇ, ਫਾਈਨਾਂਸ ਡਿਪਾਰਟਮੈਂਟ ਕੋਲੋਂ ਅਪਰੂਵਲਾਂ ਲੈਣ ਭੱਜੇ ਵੇ। ਪਹਿਲਾਂ ਉੱਦਾਂ ਹੀ ਖਾਨਾ ਪੂਰਤੀ ਕਰ ਲਈ, ਕੋਈ ਐਵੇਂ ਵਕੀਲ ਦੀ ਚਿੱਠੀ ਲਾ ਲਈ, ਜਦ ਕਿ ਉਹਨਾਂ ਨੇ ਸਪਸ਼ਟ ਕਿਹਾ ਸੀ ਵੀ ਇਹਨੂੰ ਅਪਰੂਵਲ ਨਹੀਂ ਮਿਲਣੀ ਚਾਹੀਦੀ ਜਦ ਤੱਕ ਇਹ 2 ਸ਼ਰਤਾਂ ਪੂਰੀਆਂ ਨਹੀਂ। ਇਨਫੋਟੈਕ ਅੱਜ ਵੀ ਫਿਰ ਕਹਿੰਦੇ ਅਪਲਾਈ ਕੋਈ ਨਹੀਂ ਹੋਇਆ। ਆਪਾਂ ਲੇਮਾਨ ਦੇ ਤੌਰ ਤੇ ਸੋਚੀਏ, ਆਪਣੇ ਕਨਵਿੰਸ ਹੈ ਕਿ ਨਹੀਂ ਹੈ ਇਹਨਾਂ ਗੱਲਾਂ 'ਚ? ਮੰਤਰੀ ਕਸਟੋਡੀਅਨ ਹੁੰਦੇ ਆ ਮਹਿਕਮੇ ਦੇ, ਔਰ ਮਹਿਕਮੇ ਦੀ ਪ੍ਰਾਪਰਟੀ ਦੇ, ਸਰਕਾਰ ਦੀ ਪ੍ਰਾਪਰਟੀ ਦੇ। ਮੈਂ ਤਾਂ ਕਹਿੰਦਾ ਇਸ ਮੁੱਦੇ ਤੇ ਪੂਰੀ ਸਰਕਾਰ ਨੂੰ ਰਿਜ਼ਾਈਨ ਦੇਣਾ ਚਾਹੀਦਾ। ਸ਼ੇਮਫੁਲ ਹੈ ਕਰਪਸ਼ਨ ਦਾ ਜਿਹੜਾ ਇਹ ਸਕੈਂਡਲ ਹੈਗਾ। ਇੰਨੇ ਸਬੂਤ, ਕਿਉਂਕਿ ਫਾਈਲਾਂ ਸਭ ਕੁਝ ਉਹਨਾਂ ਕੋਲ ਆ। ਹਾਂਜੀ, ਇਹ ਕੌਣ ਕੱਢ ਸਕਦਾ? ਇਹਨਾਂ ਦੇ ਆਪਸ ਰਿਲੇਸ਼ਨ GRG ਦੇ ਨਾਲ ਮੰਤਰੀ ਦੇ ਕੀ ਆ? ਪੈਸੇ ਕਿੱਥੋਂ ਆਏ, ਪੈਸੇ ਕਿੱਥੇ ਗਏ? ਇਹ ਜਿਹੜੇ ਵੇਚਣੇ ਦੇ ਸੌਦੇ ਜਿਹੜੇ ਹੋ ਰਹੇ ਆ, ਕਿਹਨਾਂ ਦੇ ਰਲ ਕੇ ਹੋ ਰਹੇ ਆ, ਕਿਹਨਾਂ ਤੋਂ ਬਿਆਨੇ ਫੜ ਲਏ ਆ, ਉਹ ਸਾਰਾ ਕੁਝ ਪਤਾ ਲੱਗੂਗਾ ਨਾ। ED ਜਿਹੜੇ ਦੇਖੂਗੀ ਸਾਰੇ ਅਕਾਊਂਟਸ, ਉਸਲੇ ਪਤਾ ਲੱਗੂਗਾ ਨਾ। ਸੋ ਮੇਰਾ ਤਾਂ ਅੱਜ ਤੁਹਾਨੂੰ ਸਾਰਿਆਂ ਨੂੰ ਬੁਲਾਉਣ ਦਾ ਇਹ ਮਕਸਦ ਸੀ ਕਿ ਮੈਂ ਪਬਲਿਕ ਨੂੰ ਇਹ ਦੱਸ ਸਕਾਂ ਕਿ ਇਹ ਕਹਿ ਕੇ ਕਿ ਜੀ ਇਹ 2 ਵਾਰੀ ਹਾਰ ਗਏ ਆ ਜੀ, ਇਹ ਜੀ ਇਹ ਫਰਸਟ੍ਰੇਸ਼ਨ ਆ ਜੀ, ਇਹ ਜੀ ਲਾਈ ਡਿਟੈਕਟਰ ਟੈਸਟ ਕਰਾ ਲਓ, ਇਹ ਜਵਾਬ ਨਹੀਂ ਆ। ਤੁਸੀਂ ਅਸਤੀਫਾ ਦਿਓ, ਫਾਈਲਾਂ ਤੋਂ ਉੱਠੋ, ਅਫਸਰਾਂ ਤੋਂ ਪ੍ਰਭਾਵ ਤੁਹਾਡਾ ਉੱਠੇ, ਫਿਰ ਇੱਕ ਚੀਜ਼ ਕਲੀਅਰ ਹੋਏਗੀ ਕਿ ਇਹਦੇ 'ਚ ਤੁਸੀਂ ਸੱਚੇ ਹੋ ਕਿ ਰਿਕਾਰਡ ਜਿਹੜਾ ਅਸੀਂ ਪੇਸ਼ ਕੀਤਾ ਕਿ ਤੁਹਾਨੂੰ ਇੰਪਲੀਕੇਟ ਕਰਦਾ ਕਿ ਨਹੀਂ ਕਰਦਾ। ਔਰ ਸਾਡੇ ਕੈਪਟਨ ਸਾਹਿਬ ਉਹ ਤਾਂ ਜੇਬ 'ਚ ਕਲੀਨ ਚਿੱਟਾਂ ਰੱਖਦੇ ਆ, ਉਹ ਤਾਂ ਕਲੀਨ ਚਿੱਟਾਂ ਰੱਖਦੇ ਆ। ਮੰਤਰੀ ਜੀ ਨੇ ਵੀ ਕਹਿ ਦਿੱਤਾ, ਇੱਕ ਕਮੇਟੀ ਬਣਾਤੀ ਇਹਨਾਂ ਨੇ ਇਹ ਸਾਰਾ ਕੁਝ ਦੇਖਣੇ ਲਈ, ਤੇ 3 ਮੈਂਬਰੀ ਕਮੇਟੀ ਬਣੀ। PSIC ਨੇ ਕਿਹਾ ਇਨਫੋਟੈਕ ਨੂੰ 3 ਮੈਂਬਰੀ ਕਮੇਟੀ ਬਣਾਓ, ਤੇ ਉਹ ਇਨਫੋਟੈਕ ਨੇ ਤਾਂ ਤੁਸੀਂ 3 ਮੈਂਬਰ ਦੇ ਦਿਓ, ਉਹ ਦਿੱਤੇ ਨਹੀਂ ਜਿਸਲੇ ਪਹਿਲਾਂ ਚੱਲ ਰਿਹਾ ਸੀ। ਤੇ ਬਾਅਦ 'ਚ ਇਨਫੋਟੈਕ ਕਹਿੰਦਾ ਤੁਸੀਂ ਕਹੀ ਜਾਂਦੇ ਮੈਂਬਰ ਦਿਓ, ਤੁਸੀਂ ਤਾਂ ਸਾਨੂੰ ਪਾਏ ਬਗੈਰ ਕਮੇਟੀ ਵੀ ਬਣਾ ਲਈ। ਇੱਦਾਂ ਦੇ ਘਪਲੇ ਜਿਹੜੇ ਆ, ਬਰੀਕੀਆਂ ਹੈਗੀਆਂ, ਇਹ ਸਾਨੂੰ ਕੋਈ ਉਮੀਦ ਨਹੀਂ ਕਿ ਪੰਜਾਬ ਸਰਕਾਰ ਦੀ ਕੋਈ ਏਜੰਸੀ ਇਹਨੂੰ ਦੇਖ ਸਕਦੀ ਹੈ। ਸੋ ਮੈਂ ਕੈਪਟਨ ਸਾਹਿਬ ਦੇ ਅੱਗੇ ਰਿਕੁਐਸਟ ਕਰੂੰਗਾ ਕਿ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ। ਇਹ ਮਾਮਲਾ
मेरा कोई जाति मामला नहीं हैगा, ये मामला पब्लिक फंड्स का मामला आ। पंजाब की सरकार दे विच रहिंदे होए इंडस्ट्री डिपार्टमेंट के मंत्री ਇਹਦਾ ਜਵਾਬਦੇਹ ਹੈਗੇ ਆ, ਔਰ ਇਹ ਮਾਮਲੇ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪਣਾ ਜੋ ਰਿਐਕਸ਼ਨ ਸ਼ੁਰੂ ਕੀਤਾ ਹੈ। ਜਿਸਲੇ ਇਹ ਮਾਮਲਾ ਅੱਗੇ ਚਲੇਗਾ ਉਹਦੇ ਬਾਅਦ ਹੋਰ ਵੀ ਬਹੁਤ ਮਾਮਲੇ ਖੁੱਲ੍ਹਣੇ ਵਾਲੇ ਆ, ਉਹਨਾਂ ਦੇ ਬਾਰੇ ਵੀ ਕਾਫੀ ਸਬੂਤ ਇਕੱਠੇ ਹੋਏ ਆ। ਸੋ ਇਹਨਾਂ ਦੇ ਦੇਖੋ, ਇਹਨਾਂ ਨੇ ਜਿਹੜੇ ਉੱਥੇ ਦੋ ਤਿੰਨ ਚੀਜ਼ਾਂ ਹੁੰਦੀਆਂ ਜਿਹਦੇ ਚ ਡਿਸਕ੍ਰਿਸ਼ਨ ਵਰਤਦੇ ਇਹ ਔਰ ਘਪਲੇਬਾਜ਼ੀ ਹੁੰਦੀ ਆ। ਇੱਕ ਤਾਂ ਪਲਾਟ ਤੇ ਜੇ ਬਣਾਵੇ ਨਾ ਕੋਈ, ਉਹਦੀ ਐਕਸਟੈਂਸ਼ਨ ਹੋਣੀ ਹੁੰਦੀ ਆ, ਉਹਦੀ ਫੀਸ ਲੱਗਦੀ ਆ, ਕਿਸੇ ਨੂੰ ਲਾਏ ਕਿਸੇ ਨੂੰ ਥੋੜੀ ਲਾਈ ਕਿਸੇ ਨੂੰ ਵੱਧ ਲਾਈ, ਐਜ਼ ਪਰ ਪਾਲਿਸੀ ਕੁਛ ਨਹੀਂ ਹੋਵੇ। ਦੂਸਰਾ ਰਿਜ਼ਰਵ ਪ੍ਰਾਈਸ, ਜਿਹੜੇ ਪਲਾਟ ਜਿਹੜੇ ਫੋਕਲ ਪੁਆਇੰਟ ਬਣਾਉਣੇ ਜਾਂ ਕੋਈ ਪਾਰਕ ਬਣਾਉਣੇ ਆ, ਉਹਦੇ ਰਿਜ਼ਰਵ ਪ੍ਰਾਈਸ ਫਿਕਸ ਕਰਨੇ ਲਈ ਕੋਈ ਕ੍ਰਾਈਟੀਰੀਆ ਨਹੀਂ ਵਰਤਿਆ ਜਾ ਰਿਹਾ। ਤੁਹਾਨੂੰ ਦੱਸਿਆ, ਸਭ ਤੋਂ ਪਹਿਲੇ ਮੈਂ ਦੱਸ ਰਿਹਾ ਸੀ ਕਿ ਅੱਜ ਤੋਂ 15 ਸਾਲ ਪਹਿਲਾਂ ਮੋਹਾਲੀ ਫੇਸ 8 ਦੇ ਵਿੱਚ ਕਮਰਸ਼ੀਅਲ ਪਲਾਟ ਦਾ ਰੇਟ ਫਿਕਸ ਹੋਇਆ 62,000 ਰੁਪਏ ਗਜ, ਤੇ ਉਹ ਤੋਂ ਜ਼ਿਆਦਾ ਪ੍ਰਾਈਮ ਲੈਂਡ ਦਾ ਹੁਣ 2020 ਦੇ ਵਿੱਚ ਪ੍ਰਾਈਸ ਫਿਕਸ ਹੋ ਰਿਹਾ 25,000 ਰੁਪਏ ਸਕੁਅਰ ਫੁੱਟ। ਉਹ ਤਾਂ ਇੱਕ ਕੇਸ ਦੀ ਕਰੋ ਨਾ, ਇਹ ਜਿਹੜਾ ਕੇਸ ਆ ਕੰਪਟਰੋਲਰ ਆਡੀਟਰ ਜਨਰਲ ਆਫ ਇੰਡੀਆ, ਇਹ ਜਿਹੜੀ ਹੈਗੀ ਆ, ਇਹ ਜਿਹੜੀ ਜਾਂਚ ਹੈਗੀ ਆ, ਇਹ ਅਸੀਂ ਚਾਹੁੰਦੇ ਹਾਂ CBI ਔਰ ED ਕਰੇ। ਕੱਲੀ CBI ਵਾਲੀ ਜਾਂਚ ਨਹੀਂ, ED ਦੀ ਜਾਂਚ ਬਹੁਤ ਜ਼ਰੂਰੀ ਆ, ਕਿਉਂਕਿ ਪੈਸੇ ਦਾ ਲੈਣ ਦੇਣ ਇੱਥੇ ਜਿਹੜੇ 45 ਕਰੋੜ ਕਿੱਥੋਂ ਆਇਆ, ਕਿੱਥੇ ਗਿਆ, ਠੀਕ ਆ ਨਾ, ਕਿਹੜੇ ਸੋਰਸਿਸ ਚੋਂ ਆਇਆ, ਕਿਹਨਾਂ ਨੇ ਉਹ ਪਿੱਛੇ ਪਾਇਆ, ਉਹ ਸਾਰੀ ਚੀਜ਼ ਜਿਹੜੀ ਆ ਉਹ ਸਿਰਫ ED ਦੱਸ ਸਕਦੀ ਆ। ਅੱਗੇ ਪਲਾਟ ਵੇਚਣੇ ਸ਼ੁਰੂ ਕੀਤੇ, ਬਿਆਨੇ ਫੜ ਲਏ, ਹੁਣ ਇਹ ਤਾਂ ਕਹਿਣ ਦੇ ਪਲਾਟ ਵਿਕੇ ਨਹੀਂ, ਇਹਨਾਂ ਦੇ ਕਹਿਣ ਨਾਲ ਥੋੜ੍ਹਾ ਹੈਗਾ, ਬਿਆਨੇ ਉਹਨਾਂ ਦੇ ਫੜ ਹੋਏ ਆ, ਇਹਨਾਂ ਦੇ ਖਾਤਿਆਂ 'ਚ ਕਿੱਥੋਂ ਆਏ ਆ, ਖਾਤਿਆਂ 'ਚ ਗਏ ਆ। ਉਹ ਜਿਹੜੀ ਫਰਮ ਫਲੋਟ ਕੀਤੀ GRG ਨੇ, ਉਹ ਹੈਗੀ ਆ ਗਰਗ ਫਾਈਬਰ ਹੱਬ, ਫਾਈਬਰ ਹੱਬ ਹੈ ਸਾਈਬਰ ਹੱਬ, ਇਸ ਨਾਂ ਤੇ ਉਹਨਾਂ ਨੇ ਵੇਚਣੇ ਸ਼ੁਰੂ ਕੀਤੇ ਆ। GRG ਦੇ ਨਾਂ ਤੇ ਖਰੀਦਿਆ ਹੈ, ਉਹਦਾ ਵੈਬਸਾਈਟ ਬਣਾਇਆ ਵੇਚਣੇ ਵਾਸਤੇ, ਪਲਾਟਿੰਗ ਕੱਟੀ, ਬਾਈਫਰਕੇਸ਼ਨ ਦੀ ਫੀਸ ਲੱਗਦੀ, ਉਹ ਵੀ ਨਹੀਂ ਕੋਈ ਕਿਸੇ ਨੇ ਦਿੱਤੀ, ਨਾ ਮਨਜ਼ੂਰੀ ਲਈ। ਕਿੰਨੇ ਬੰਦੇ ਇਨਵੋਲਵ ਹੈਗੇ ਨੇ ਘਪਲੇ ਵਿੱਚ? ਇਹ ਤਾਂ ਮੰਤਰੀ ਜੀ ਦੱਸ ਸਕਦੇ ਜੀ, ਸਾਨੂੰ ਕੀ ਪਤਾ ਜੀ ਕਿਹੜੇ ਕਿਹੜੇ ਅਫਸਰ ਕਿਹੜੇ ਕਿਹੜੇ, ਪਰ ਪੋਲੀਟੀਸ਼ੀਅਨ। ਤੇ ਮੈਂ ਇਹ ਕਹੂੰਗਾ ਕਿ ਮਿਨਿਸਟਰ ਜਿਹੜਾ ਹੈਗਾ ਉਹ ਪਬਲਿਕ ਦਾ ਚੁਣਿਆ ਨੁਮਾਇੰਦਾ ਹੁੰਦਾ, ਪਬਲਿਕ ਦੇ ਹਿੱਤਾਂ ਦੀ ਰਕਸ਼ਾ ਉਹਨੇ ਕਰਨੀ ਹੁੰਦੀ। ਇਹ ਪਬਲਿਕ ਮਨੀ ਹੈਗੀ, ਐਕਸਚੇਂਜਰ ਨੂੰ ਧੱਕਾ ਹੈਗਾ। ਉਹ ਜਿਹੜੀ ਕੰਪਨੀ ਹੈਗੀ ਆ ਇਨਫੋਟੈਕ, ਉਹ ਹਾਲੇ ਤੱਕ ਰਾਈਟਿੰਗ 'ਚ ਦੇ ਰਹੇ, ਮੇਰੇ ਕੋਲ ਲੈਟਰਸ ਹੈਗੀਆਂ ਵੀ ਸਾਡੇ 126 ਕਰੋੜ ਰੁਪਏ ਦਾ ਤਾਂ ਕੀ ਬਣਿਆ, ਉਹ ਤਾਂ ਸਾਨੂੰ ਦਵਾਓ ਤੁਸੀਂ, ਉਹਦੇ ਬਗੈਰ ਤੁਸੀਂ 90 ਕਰੋੜ 'ਚ ਵੇਚ ਕਿੱਦਾਂ ਦਿੱਤੀ ਹੈਗੀ, ਉਹ ਤਾਂ ਅੱਜ ਵੀ ਕਹਿ ਰਹੀ ਆ। ਇਹ PSIC ਨੂੰ ਨੋਡਲ ਏਜੰਸੀ ਜੇ ਬਣਾਇਆ ਹੋਇਆ ਉਹਨਾਂ ਨੇ ਇਹਨੂੰ ਜੋ ਬੋਲੀ ਹੋਈ ਆ 에ਅਰਸੈਲ ਨੇ ਕੀਤੀ, ਉਹ ਸਾਰੇ ਇਹਨਾਂ ਦੀ ਘਪਲੇਬਾਜ਼ੀ। ਸਰ ਆਪਣੇ ਵੱਲੋਂ ਕੋਈ ਕੰਪਲੇਂਟ ਦੇ ਰਹੇ ਹੋ? ਅਸੀਂ ਕਿਹਨੂੰ ਕੰਪਲੇਂਟ ਦੇਣੀ ਜੀ, ਅਸੀਂ ਪੋਲੀਟੀਕਲ ਪਾਰਟੀ ਆ, ਅਸੀਂ ਪਬਲਿਕ ਡੋਮੇਨ ਦੇ ਵਿੱਚ ਰੱਖ ਰਹੇ, ਤੁਹਾਡੇ ਥਰੂ ਸਾਰੀ ਦੁਨੀਆ ਦਾ ਨੂੰ ਦੱਸਦਾ ਆ। ਹਾਂਜੀ, ਇਹ ਤਾਂ ਸਰਕਾਰ ਆਪਣੀ ਜੇ ਸਫਾਈ ਦੇਣਾ ਚਾਹੁੰਦੀ ਆ ਤਾਂ ਆਪਣੇ ਆਪ ਨੂੰ ਪਾਕ ਸਾਫ਼ ਕਰਨਾ ਚਾਹੁੰਦੀ, ਦੇਵੇ ਏਜੰਸੀ ਨੂੰ, ਇਹਨਾਂ ਨੂੰ ਡਰ ਕੀ ਹੈਗਾ? ਹਾਂਜੀ, ਇਹਨਾਂ ਨੂੰ ਕੀ ਡਰ ਆ, ਕਰਾਉਣ ਇਹਦੀ ਇਨਕੁਆਇਰੀ। ਮੈਂ ਤਾਂ ਉੱਥੇ ਵੀ ਕਿਹਾ ਸੀ ਪ੍ਰੈਸ ਕਾਨਫਰੰਸ 'ਤੇ, ਐਜ਼ ਏ ਟੈਸਟ ਕੇਸ ਹੀ ਕੈਪਟਨ ਸਾਹਿਬ ਦੇਖ ਲਓ, ਕਲੀਨ ਚਿੱਟਾਂ ਤਾਂ ਤੁਸੀਂ ਸਭ ਨੂੰ ਦੇ ਦਿੰਦੇ ਹੋ, ਸਕਾਲਰਸ਼ਿਪ ਘਟਾਲਾ ਹੋਇਆ ਤਾਂ ਚਿੱਟ ਕਲੀਨ ਫੜਾਤੀ ਫਟਾਫਟ, ਪਹਿਲਾਂ ਉਹ ਜ਼ਹਿਰੀਲੀ ਸ਼ਰਾਬ ਦਾ ਸੀਗਾ ਤਾਂ ਦੇ ਦਿੱਤੀ, 2 ਮਿੰਟ ਵੀ ਨਹੀਂ ਲਾਉਂਦੇ ਤੁਸੀਂ। ਤੇ ਇੱਕ ਟੈਸਟ ਕੇਸ ਤਾਂ ਕਰਾ ਲਓ, ਹਾਂਜੀ, ਜਿਸ 'ਚ ਪਤਾ ਲੱਗ ਜਾਵੇ ਵੀ ਤੁਹਾਡੀਆਂ ਕਲੀਨ ਚਿੱਟਾਂ ਕਲੀਨ ਆ ਕਿ ਤੁਹਾਡੀਆਂ ਕਲੀਨ ਚਿੱਟਾਂ ਵੀ ਕਲੀਨ ਨਹੀਂ। ਹੁਣ ਹਾਂਜੀ, ਸਾਰੀਆਂ ਫਾਈਲਾਂ ਦੱਬੀਆਂ ਪਈਆਂ। ਹੋ ਜਾਏ ਤੇ ਇਹੀ ਦੱਸੋਗੇ ਵੀ ਭਾਈ ਸਾਹਿਬ ਆਹ ਵੀ ਸਾਰਾ ਕੀਤਾ। ਕੁਝ ਡੇਟਾ ਦਿੱਤੀਆਂ। ਲਾਈ ਡਿਟੈਕਟਰ ਦਾ ਤਾਂ ਕੋਈ ਮਤਲਬ ਨਹੀਂ ਬਣਿਆ। ਮੈਂ ਅਪਰਾਧੀ ਹੋਣ ਤੇ ਚਲੋ ਮੈਂ ਤਾਂ ਤਦੇ ਜੋ ਸ਼ੇਰ ਬੋਲਿਆ ਸੀਗਾ ਕਿ ਤੂੰ इधर उधर की ना बात कर, जे बता कि काफिला क्यों लुटा, हमें रहजनों से गिला नहीं, तेरी रहबरी का सवाल गंदम ते जवाब चना नहीं चलना। ਤੁਸੀਂ ਗੰਦਮ ਦਾ ਸਵਾਲ ਚੁੱਕੋਗੇ ਤਾਂ ਉਹਦਾ ਸਵਾਲ ਗੰਦਮ ਚ ਦੇਣਾ ਪਊਗਾ।
ਐ ਨਹੀਂ ਆ ਪੇ ਤੇਲੀ ਤੇਰੇ ਸਿਰ ਪੇ ਕੋਲੂ ਸਾਲਾ ਭਾਰ ਨਾ ਤਾਂ ਮਰੂੰਗਾ ਮੈਂ। ਮੈਨੂੰ 2 ਵਾਰੀ ਕਹਿ ਦੋਗੇ ਹਾਰ ਗਿਆ ਤਾਂ ਮੇਰੀ ਤੁਸੀਂ ਵੀ ਤਾਂ ਪਾਰਟੀ ਤੋਂ ਬਾਗੀ ਹੋ ਕੇ 1 ਵਾਰੀ ਹਾਰੇ ਆ 2 ਵਾਰੀ ਜਿੱਤੇ ਆ ਐਤਕੀ ਬਰਾਬਰ ਹੋ ਜੂਗਾ ਹਿਸਾਬ। ਚਿੰਤਾ ਕਿਉਂ ਕਰਦੇ ਆ? ਹਾਂਜੀ चैलेंज 17-time गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठग्गां तो सावधान। स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटियां विच समाधान। फ्री मियां रफीक मोहम्मद मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।